ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਸ਼ੈ, ਕੇਵਲ ਭਗਤ ਕੀਰਤਨ ਸੰਗ ਲਾਚੈ। ਬੜੀ ਅਨਮੋਲ ਦਾਤ ਹੈ ਜੋ ਗੁਰੂ ਨੂੰ ਹੀ ਮੰਗ ਲੈਣ। ਵਾਹਿਗੁਰੂ ਪਾਸ ਸਭ ਕੁਝ ਹੈ, ਪਰ ਅਸੀਂ ਸਭ ਕੁਝ ਛੱਡ ਕੇ ਵਾਹਿਗੁਰੂ ਨੂੰ ਪਾਉਣਾ ਹੈ। ਜਦੋਂ ਮਾਂ ਹੀ ਮਿਲ ਗਈ, ਦੁੱਧ ਅਤੇ ਖਿਡੌਣੇ ਆਪਣੇ ਆਪ ਮਿਲ ਜਾਣਗੇ। ਜੇ ਗੁਰੂ ही मिल गया तो बाकी सब कुछ आपे ही मिल जाएगा। बाबा नंद सिंह जी बचन करते सन, जे रोज़ के नेम दे नाल नाल उस दे रंग विच रहन दी जाच आ जावे, उस दे प्रेम विच मन भिज जावे, उस दी रजा विच मन राजी रहे, तो एक दिन तुर के ओह आप ही सारियां दातां झोली विच पा दिंदा है। बाबा जी फरमाउंदे सन, पदार्थ इंसान नूं अपने वल खिचदे हन, पर असीं पदार्थां वाले नूं फड़ीए। आपे निरंकार नूं फिक्र है, फुरना ही ना बने कि पदार्थ मिले, पदार्थ वाले दे बन जाइए। असी माया नूं प्रीतम बनाया है। असी माया नूं कहंदे हां कि जे तू ना होवे तां मैं रुल जावांगा। गुरु नूं प्रीतम बनाइए, जिस दे हुक्म विच सब कुछ है, उस नाल जारी लाइए, सब कुछ मगर लगा फिरेगा। जिस दे हुक्म विच सारी सृष्टि है, माया है, सत्कार है, जे तुसी उस ते बन जावो ਤਾਂ ਕਿਹੜੀ ਚੀਜ਼ ਨੂੰ ਉਹ ਹੁਕਮ ਲਾ ਕੇ ਤੁਹਾਡੇ ਚਰਨਾਂ ਵਿੱਚ ਨਹੀਂ ਲਿਆ ਸਕਦਾ। ਭਾਵਨਾ ਨੂੰ ਹੀ ਸ਼ਰਧਾ ਦੇ ਫੁੱਲ ਲੱਗਦੇ ਹਨ। ਭਾਵਨਾ ਸੱਚੀ ਹੈ, ਗੁਰੂ ਨਾਲ ਪ੍ਰੀਤੀ ਸੱਚੀ ਹੈ, ਤਾਂ ਐਸੀ ਕੋਈ ਦਾਤ ਨਹੀਂ ਜੋ ਗੁਰੂ ਮਹਾਰਾਜ ਨਾ ਦੇ ਸਕਣ। ਸਾਡੀ ਅੱਜ ਦੀ ਗੁਰੂ ਗੋਬਿੰਦ ਰਾਏ ਬਾਲਾ ਪ੍ਰੀਤਮ ਜੀ ਦੀ ਸਾਖੀ, ਜਿਨ੍ਹਾਂ ਨੇ ਪੰਡਤ ਸ਼ਿਵਦੇਵ ਦੀ ਭਾਵਨਾ ਅਨੁਸਾਰ ਉਸੇ ਦੇ ਈਸ਼ਟ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦਿੱਤੇ, ਅਤੇ ਰਾਣੀ ਮੈਣੀ ਜਿਸ ਦੀ ਕੋਈ ਔਲਾਦ ਨਹੀਂ ਸੀ, ਜੋ ਗੁਰੂ ਜੀ ਨੇ ਹੀ ਆਪਣਾ ਪੁੱਤਰ ਮੰਨ ਬੈਠੀ, ਅਤੇ ਗੁਰੂ ਜੀ ਨੇ ਉਸ ਦੀ ਇਹ ਮੰਗ ਉਸ ਦਾ ਪੁੱਤਰ ਬਣ ਕੇ ਪੂਰੀ ਕੀਤੀ। ਇੱਕ ਬੜੀ ਹੀ ਪਿਆਰੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। पंडित शिवदत्त अपनी जवान अवस्था तो ही सवेरे सूरज चढ़न के समय गंगा घाट उत्ते जाके इशनान करदा, सूरज नूं पानी दिंदा अते पाठ पूजा करदा हुंदा सी। हुण ओह बिरध हो गया सी, पर अजे तक उसनूं अपने इष्ट दे दर्शन नहीं सन होए। पंडित शिवदत्त श्री रामचंद्र जी दा उपासक सी अते उन्हां दी मूर्ति दा ध्यान करके समाधि ला के गंगा किनारे कई घंटे रोज ही बैठा रहिंदा सी। पंडित कई बार मन विच विचार करदा कि रामो राम जपंदियां मेरी जिहवा कस गई, पर अजे ना रामा बोहड़िया यह की ताड़ पई, जिस तो भाव सी कि मैं इन्नी उम्र राम राम जपदियां होया बतीत कर लई है, पर राम जी दे दर्शन हजे तक मैनू क्यों नहीं होए। पंडित शिवदत्त भी गंगा किनारे बालकां नाल खेडन अते इशनान करन आउंदे सतगुरु जी नूं कई वार वेखदा हुंदा सी अते ਉਹਨਾਂ ਦੀਆਂ ਲੋਕਾਂ ਪਾਸੋਂ ਆਸਾਂ ਮੁਰਾਦਾਂ ਪੂਰੀਆਂ ਹੋਣ ਵਾਲੀਆਂ ਕਥਾ ਕਹਾਣੀਆਂ ਵੀ ਸੁਣਦਾ ਰਹਿੰਦਾ ਸੀ, ਅਤੇ ਇਹ ਜਾਣਦਾ ਸੀ ਕਿ ਲੋਕ ਇਹਨਾਂ ਨੂੰ ਪਰਮੇਸ਼ਵਰ ਦਾ ਅਵਤਾਰ ਮੰਨਦੇ ਹਨ। ਇਹ ਸਭ ਕੁਝ ਵਿਚਾਰ ਕਰਕੇ ਇੱਕ ਦਿਨ ਉਸਨੇ ਆਪਣੇ ਮਨ ਵਿੱਚ ਪ੍ਰਣ ਕਰ ਲਿਆ ਕਿ ਜੇ ਇਹ ਪੂਰਨ ਅਵਤਾਰ ਹਨ ਤਾਂ ਮੈਨੂੰ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦੇਣ, ਤਾਂ ਮੈਂ ਇਹਨਾਂ ਨੂੰ ਸੱਚਾ ਅਵਤਾਰ ਮੰਨਾਂਗਾ ਅਤੇ ਅੱਗੇ ਤੋਂ ਇਹਨਾਂ ਦੀ ਪੂਜਾ ਕਰਿਆ ਕਰਾਂਗਾ। ਇਹਨਾਂ ਵਿਚਾਰਾਂ ਨੂੰ ਲੈ ਕੇ ਇੱਕ ਦਿਨ ਪੰਡਿਤ ਗੰਗਾ ਕਿਨਾਰੇ ਆਪਣੇ ਨੇਮ ਅਨੁਸਾਰ ਸਮਾਧੀ ਲਾ ਕੇ ਬੈਠਾ ਸੀ। ਗੁਰੂ ਜੀ ਜੋ ਉਸ ਸਮੇਂ ਬਾਲਕਾਂ ਨਾਲ ਉੱਥੇ ਖੇਡ ਰਹੇ ਸਨ, ਪੰਡਿਤ ਦੇ ਮੂਹਰੇ ਖੜੇ ਹੋ ਗਏ। ਪੰਡਿਤ ਨੂੰ ਇਸ ਤਰ੍ਹਾਂ ਜਾਪਿਆ ਕਿ ਜਿਵੇਂ ਸ੍ਰੀ ਰਾਮਚੰਦਰ ਦੀ ਉਸ ਦੇ ਸਾਹਮਣੇ ਸਾਖਸ਼ਾਤ ਖੜੇ ਹਨ। ਪੰਡਿਤ ਸ਼ਿਵਦੱਤ ਨੇ ਜਦੋਂ ਇਹ ਅਨੁਭਵ ਕਰਕੇ ਬੜੇ ਉਤਸ਼ਾਹ ਨਾਲ ਅੱਖਾਂ ਖੋਲ ਕੇ ਵੇਖਿਆ ਤਾਂ ਅੱਗੋਂ ਬਾਲਕ ਗੁਰੂ ਜੀ ਹੱਸ ਰਹੇ ਸਨ। ਇਹ ਵੇਖ ਕੇ ਪੰਡਿਤ ਦੀ ਹੈਰਾਨਗੀ ਅਤੇ ਪ੍ਰਸੰਨਤਾ ਦੀ ਹੱਦ ਹੀ ਨਾ ਰਹੀ। ਉਹ ਤਤਕਾਲ ਹੀ ਉੱਠਿਆ ਅਤੇ ਗੁਰੂ ਜੀ ਦੇ ਚਰਨਾਂ ਤੇ ਸੀਸ ਰੱਖ ਕੇ ਆਪਣਾ ਆਪ ਗੁਰੂ ਜੀ ਦੇ ਹਵਾਲੇ ਕਰ ਦਿੱਤਾ। ਇਸ ਦਿਨ ਤੋਂ ਹੀ ਪੰਡਿਤ ਸ਼ਿਵਦੱਤ ਦੀ ਇਹ ਵਾਰਤਾ ਸਾਰੇ ਸ਼ਹਿਰ ਵਿੱਚ ਫੈਲ ਗਈ ਕਿ ਗੁਰੂ ਜੀ ਨੇ ਪੰਡਿਤ ਨੂੰ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦਿੱਤੇ ਹਨ ਅਤੇ ਸ਼ਿਵਦੱਤ ਉਹਨਾਂ ਦਾ ਭਗਤ ਬਣ ਗਿਆ ਹੈ। ਰਾਜਾ ਫਤਿਹ ਚੰਦ ਮੈਣੀ ਪਟਨੇ ਦਾ ਇੱਕ ਬੜਾ ਵੱਡਾ ਜ਼ਿਮੀਂਦਾਰ ਸੀ, ਹਜ਼ਾਰਾਂ ਏਕੜ ਜ਼ਮੀਨ ਦਾ ਮਾਲਕ ਸੀ। ਸਰਕਾਰ ਵੱਲੋਂ ਉਸ ਨੂੰ ਰਾਜੇ ਦਾ ਖਿਤਾਬ ਦਿੱਤਾ ਹੋਇਆ ਸੀ, ਪਰ ਉਸ ਦੇ ਘਰ ਔਲਾਦ ਨਹੀਂ ਸੀ। ਰਾਜਾ ਅਤੇ ਰਾਣੀ ਪੁੱਤਰ ਦੀ ਪ੍ਰਾਪਤੀ ਲਈ ਸਦਾ ਪ੍ਰਭੂ ਅੱਗੇ ਬੇਨਤੀ ਕਰਦੇ ਰਹਿੰਦੇ ਸਨ। ਪੰਡਿਤ ਸ਼ਿਵਦੱਤ ਉਹਨਾਂ ਦਾ ਇੱਕ ਚੰਗਾ ਦੋਸਤ ਸੀ। ਇੱਕ ਦਿਨ ਰਾਜਾ ਰਾਣੀ ਨੇ ਮਨ ਵਿੱਚ ਸੋਚਿਆ
ਕਿ ਪੰਡਤ ਸ਼ਿਵਦੱਤ ਦੇ ਪਾਸ ਜਾ ਕੇ ਬੇਨਤੀ ਕਰੀਏ ਕਿ ਸਾਡੇ ਘਰ ਪੁੱਤਰ ਦੀ ਦਾਤ ਵਾਸਤੇ ਪ੍ਰਭੂ ਪਾਸ ਅਰਦਾਸ ਕਰੇ। ਇਹ ਖਾਹਿਸ਼ ਲੈ ਕੇ ਦੋਵੇਂ ਗੰਗਾ ਦੇ ਕੰਢੇ ਪੰਡਤ ਸ਼ਿਵਦੱਤ ਪਾਸ ਪਹੁੰਚੇ। ਉਸ ਸਮੇਂ ਗੰਗਾ ਕਿਨਾਰੇ ਇਸੇ ਘਾਟ ਉੱਤੇ ਹੀ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਬਾਲਕਾਂ ਨਾਲ ਖੇਡ ਰਹੇ ਸਨ। ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਦਾ ਸੁੰਦਰ ਸਰੂਪ ਵੇਖ ਕੇ ਰਾਣੀ ਮੈਣੀ ਮੋਹੀ ਗਈ ਅਤੇ ਉਸਦੇ ਮਨ ਵਿੱਚ ਇਹ ਲਾਲਸਾ ਆਈ ਕਿ ਜੇ ਇਹਨਾਂ ਵਰਗਾ ਪੁੱਤਰ ਮੇਰੇ ਘਰ ਹੋਵੇ ਤਾਂ ਮੈਂ ਕਿੰਨੀ ਵਡਭਾਗਨ ਹੋਵਾਂਗੀ। ਐਸੀਆਂ ਵਿਚਾਰਾਂ ਕਰਦੇ ਹੋਏ ਦੋਨੋਂ ਰਾਜਾ ਰਾਣੀ ਪੰਡਤ ਸ਼ਿਵਦੱਤ ਦੇ ਕੋਲ ਪਹੁੰਚੇ। ਉਸ ਨੂੰ ਆਪਣੀ ਔਕੜ ਬਾਰੇ ਦੱਸਿਆ ਅਤੇ ਕਿਹਾ ਕਿ ਸਾਡੀ ਲੱਖਾਂ ਦੀ ਜਾਇਦਾਦ ਬੇਔਲਾਦ ਹੋਣ ਕਰਕੇ ਲਵਾਰਿਸ ਚਲੀ ਜਾਵੇਗੀ। ਅਗਲੀ ਦੁਨੀਆ ਵਿੱਚ ਸਾਨੂੰ ਕੋਈ ਢੋਈ ਨਹੀਂ ਮਿਲੇਗੀ। ਪੰਡਤ ਸ਼ਿਵਦੱਤ ਨੇ ਉਹਨਾਂ ਦੀ ਵਾਰਤਾ ਸੁਣ ਕੇ ਕਿਹਾ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਉਹਨਾਂ ਨੇ ਇੱਕ ਬਾਲਕ ਵਿੱਚ ਆਪਣੇ ਪ੍ਰਭੂ ਰਾਮਚੰਦਰ ਨੂੰ ਵੇਖਿਆ ਹੈ। ਸਾਰੇ ਉਸ ਨੂੰ ਬਾਲਾ ਪ੍ਰੀਤਮ ਕਹਿੰਦੇ ਹਨ। ਬਾਲਾ ਪ੍ਰੀਤਮ ਤੁਹਾਡੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰ ਸਕਦਾ ਹੈ, ਪਰ ਤੁਹਾਨੂੰ ਉਸ ਦੀ ਆਰਾਧਨਾ ਕਰਨੀ ਪਵੇਗੀ। ਦਿਨ ਰਾਤ ਬਾਲਾ ਪ੍ਰੀਤਮ ਦਾ ਧਿਆਨ ਧਰੋ, ਉਹ ਜ਼ਰੂਰ ਦਰਸ਼ਨ ਦੇਣਗੇ। ਹੁਣ ਰਾਜਾ ਫਤਿਹਚੰਦ ਅਤੇ ਉਹਨਾਂ ਦੀ ਰਾਣੀ ਘਰ ਆ ਗਏ ਅਤੇ ਰੋਜ਼ ਹੀ ਅੰਤਰ ਧਿਆਨ ਹੋ ਕੇ ਬਾਲਾ ਪ੍ਰੀਤਮ ਜੀ ਦਾ ਸਿਮਰਨ ਕਰਨ ਲੱਗੇ। ਕਾਫੀ ਸਮਾਂ ਲੰਘ ਗਿਆ, ਬਾਲਾ ਪ੍ਰੀਤਮ ਨਾ ਆਇਆ, ਪਰ ਦੋਨੋਂ ਪਤੀ ਪਤਨੀ ਨਿਰਾਸ਼ ਨਾ ਹੋਏ, ਬਲਕਿ ਬਾਲਾ ਪ੍ਰੀਤਮ ਦੇ ਦਰਸ਼ਨਾਂ ਦੀ ਅਭਿਲਾਸ਼ਾ ਹੁਣ ਉਹਨਾਂ ਦੀ ਇੰਨੀ ਵੱਧ ਗਈ ਸੀ ਕਿ ਪੁੱਤਰ ਦੀ ਪ੍ਰਾਪਤੀ ਨਾਲੋਂ ਜ਼ਿਆਦਾ ਉਹਨਾਂ ਦੇ ਦਰਸ਼ਨਾਂ ਨੂੰ ਅਨਮੋਲ ਸਮਝਦੇ ਸਨ। ਇੱਕ ਦਿਨ ਅੰਤਰ ਧਿਆਨ ਹੋਏ ਬੈਠੇ ਸਨ ਕਿ ਅਚਨਚੇਤ ਨਿੱਕੀਆਂ ਨਿੱਕੀਆਂ ਕੋਮਲ ਬਾਹਾਂ ਨੇ ਰਾਣੀ ਨੂੰ ਆ ਕੇ ਘੁੱਟ ਲਿਆ ਅਤੇ ਉਸ ਦੀ ਗੋਦੀ ਵਿੱਚ ਬੈਠ ਕੇ ਕਿਹਾ, ਮਾਂ ਮੈਂ ਆ ਗਿਆ ਹਾਂ। ਰਾਣੀ ਨੇ ਜਦ ਅੱਖਾਂ ਖੋਲ ਕੇ ਵੇਖਿਆ ਤਾਂ ਇੱਕ ਸੁੰਦਰ ਅਤੇ ਅਲੌਕਿਕ ਬਾਲਕ ਉਸ ਦੀ ਗੋਦੀ ਵਿੱਚ ਬੈਠਾ ਹੱਸ ਰਿਹਾ ਸੀ। ਉਹ ਇਕੱਲਾ ਨਹੀਂ ਸੀ, ਉਸ ਨਾਲ ਹੋਰ ਵੀ ਬਾਲਕ ਸਨ ਜਿਹੜੇ ਮਲਕੜੇ ਹੀ ਲਾਗੇ ਆ ਬੈਠੇ। ਇਹ ਪਿਆਰੀ ਜਿਹੀ ਆਵਾਜ਼ ਸੁਣ ਕੇ ਰਾਣੀ ਨੇ ਅੱਖਾਂ ਖੋਲੀਆਂ ਅਤੇ ਗੁਰੂ ਜੀ ਨੂੰ ਗੋਦੀ ਵਿੱਚ ਬੈਠਾ ਵੇਖ ਕੇ ਬੜੀ ਪ੍ਰਸੰਨ ਹੋਈ। ਤਾਂ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਨੇ ਕਿਹਾ, ਮਾਂ ਜੀ ਤੁਹਾਡੀ ਇੱਛਾ ਸੀ ਕਿ ਤੁਹਾਡੇ ਘਰ ਮੇਰੇ ਵਰਗਾ ਪੁੱਤਰ ਪੈਦਾ ਹੋਵੇ। ਮੇਰੇ ਵਰਗਾ ਤਾਂ ਮੈਂ ਹੀ ਹਾਂ, ਤੁਸੀਂ ਮੈਨੂੰ ਹੀ ਆਪਣਾ ਪੁੱਤਰ ਸਮਝੋ। ਰਾਣੀ ਬੈਣੀ ਇਹ ਬਚਨ ਸੁਣ ਕੇ ਬੜਾ ਹੀ ਖੁਸ਼ ਹੋਈ ਅਤੇ ਬਾਲਾ ਪ੍ਰੀਤਮ ਨੂੰ ਬੜਾ ਪਿਆਰ ਕੀਤਾ। ਰਾਜਾ ਫਤਿਹਚੰਦ ਮੈਣੀ ਅਤੇ ਰਾਣੀ ਇਹ ਕੌਤਕ ਵੇਖ ਕੇ ਹੈਰਾਨ ਹੋ ਗਏ। ਬਾਲਾ ਪ੍ਰੀਤਮ ਨੇ ਹੱਸਦੇ ਹੱਸਦੇ ਕਿਹਾ, ਮਾਂ ਜੀ ਸਾਨੂੰ ਭੁੱਖ ਲੱਗੀ ਹੈ। ਰਾਣੀ ਨੇ ਆਪਣੇ ਨੌਕਰ ਫਤਿਹਚੰਦ ਨੂੰ ਕਿਹਾ ਕਿ ਝੱਟ ਜਾ ਕੇ ਬਾਜ਼ਾਰ ਤੋਂ ਮਠਿਆਈਆਂ ਅਤੇ ਫਲ ਲੈ ਆਉਣ। ਪਰ ਬਾਲਾ ਪ੍ਰੀਤਮ ਨੇ ਕਿਹਾ ਕਿ ਅਸੀਂ ਮਠਿਆਈ ਨਹੀਂ ਖਾਣੀ, ਅਸੀਂ ਤਾਂ ਉਹ ਪੂਰੀਆਂ ਅਤੇ ਛੋਲੇ ਖਾਣੇ ਹਨ ਜਿਹੜੇ ਬਣਾ ਕੇ ਤੁਸੀਂ ਅੰਦਰ ਰੱਖੇ ਹਨ। ਰਾਣੀ ਝੱਟ ਉੱਠ ਕੇ ਅੰਦਰੋਂ ਸਾਰੀਆਂ ਪੂੜੀਆਂ ਅਤੇ ਛੋਲੇ ਲੈ ਆਈ। ਬਾਲਾ ਪ੍ਰੀਤਮ ਜੀ ਨੇ ਸਾਰੀ ਚੰਗੇਰ ਆਪਣੇ ਹੱਥ ਵਿੱਚ ਫੜ ਲਈ ਅਤੇ ਸਾਰੀਆਂ ਪੂੜੀਆਂ ਅਤੇ ਛੋਲੇ ਰਾਜਾ ਰਾਣੀ ਅਤੇ ਆਪਣੇ ਸਾਥੀਆਂ ਨੂੰ ਵਰਤਾ ਦਿੱਤੇ। ਇੱਕ ਪੂਰੀ ਅਤੇ ਛੋਲੇ ਆਪ ਵੀ ਖਾਧੇ। ਬਾਲਾ ਪ੍ਰੀਤਮ ਰੋਜ਼ ਆਪਣੇ ਸਾਥੀਆਂ ਨੂੰ ਲੈ ਕੇ ਰਾਣੀ ਮੈਣੀ ਪਾਸ ਜਾਂਦੇ ਅਤੇ ਪੂਰੀਆਂ ਛੋਲੇ ਖਾਂਦੇ, ਬਾਗ ਵਿੱਚ ਖੇਡਦੇ, ਫਲ ਤੋੜਦੇ, ਬੂਟਿਆਂ ਨੂੰ ਗੋਡੀ ਦਿੰਦੇ ਅਤੇ ਮਾਲੀ ਨਾਲ ਹੋਰ ਬੂਟੇ ਵੀ ਲਾਉਂਦੇ ਰਹਿੰਦੇ ਸਨ। ਹਾਲੇ ਤੱਕ ਵੀ ਸ਼੍ਰੀ ਦਸ਼ਮੇਸ਼ ਜੀ ਦੇ ਲੱਗੇ ਹੋਏ ਕਈ ਬੂਟੇ ਉਸ ਬਾਗ ਵਿੱਚ ਮੌਜੂਦ ਹਨ। ਰਾਣੀ ਨੇ ਹੋਰ ਪੁੱਤਰ ਦੀ ਖਾਹਿਸ਼ ਹੀ ਛੱਡ ਦਿੱਤੀ ਅਤੇ ਆਪਣੇ ਘਰ ਨੂੰ ਹੀ ਗੁਰਦੁਆਰਾ ਬਣਾ ਲਿਆ, ਜਿੱਥੇ ਰੋਜ਼ ਪਾਠ ਕੀਰਤਨ ਹੁੰਦਾ। ਅਤੇ ਜਦ ਤੱਕ ਬਾਲਾ ਪ੍ਰੀਤਮ ਪਟਨੇ ਵਿੱਚ ਰਹੇ, ਉਹ ਰੋਜ਼ ਰਾਜਾ ਰਾਣੀ ਨੂੰ ਮਿਲਣ ਜਾਂਦੇ ਰਹੇ। ਅਤੇ ਰਾਜਾ ਫਤਿਹਚੰਦ ਨੇ ਬਾਲਾ ਪ੍ਰੀਤਮ ਜੀ ਦੇ ਸਤਿਕਾਰ ਵਿੱਚ ਆਪਣਾ ਮਕਾਨ ਜੋ ਗੁਰੂ ਜੀ ਨੂੰ ਅਰਪਣ ਕੀਤਾ ਸੀ, ਗੁਰਦੁਆਰਾ ਮੈਣੀ ਸੰਗਤ ਕਰਕੇ ਪ੍ਰਸਿੱਧ ਹੈ ਅਤੇ ਹੁਣ ਤੱਕ ਸੰਗਤ ਨੂੰ ਉੱਥੇ ਕੁੰਗਰੀ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਆਨੰਦਪੁਰ ਨੂੰ ਜਾਣ ਸਮੇਂ ਬਾਲਾ ਪ੍ਰੀਤਮ ਜੀ ਯਾਦਗਾਰ ਦੇ ਤੌਰ ਤੇ ਰਾਣੀ ਨੂੰ ਆਪਣੇ ਪੈਰਾਂ ਦੇ ਮੋਜੇ, ਆਪਣੀ ਤਸਵੀਰ ਅਤੇ ਇੱਕ ਕਟਾਰ ਵੀ ਦੇ ਗਏ ਸਨ, ਜਿਨ੍ਹਾਂ ਦੇ ਅੱਜ ਤੱਕ ਗੁਰਦੁਆਰਾ ਮੈਣੀ ਸੰਗਤ ਵਿੱਚ ਗਈਆਂ ਹੋਈਆਂ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।